ਹੈਲੋ ਫਰੈਂਡਸ, ਅੱਜ ਅਸੀਂ ਅੰਮ੍ਰਿਤਾ ਪ੍ਰੀਤਮ ਬਾਰੇ ਪੜਾਂਗੇ ਜਿਨ੍ਹਾਂ ਦਾ ਜੀਵਨ ਕਾਲ ਆ 1919 ਤੋਂ ਲੈ ਕੇ 2005। ਇਹ ਮੇਨ ਚੀਜ਼ ਜਿਹੜੀ ਤੁਸੀਂ ਯਾਦ ਰੱਖਣੀ ਆ। 1919 ਤੋਂ ਲੈ ਕੇ 2005 ਉਹਨਾਂ ਦਾ ਜੀਵਨ ਕਾਲ ਆ। ਦੇਖੋ, ਅੰਮ੍ਰਿਤਾ ਪ੍ਰੀਤਮ ਭਾਰਤੀ ਨਾਵਲਕਾਰ, ਨਿਬੰਧਕਾਰ ਅਤੇ ਕਵੀ ਸਨ। ਅੰਮ੍ਰਿਤਾ ਪ੍ਰੀਤਮ ਨੇ ਪੰਜਾਬੀ ਸਾਹਿਤ ਲਈ ਬਹੁਤ ਕੁਝ ਲਿਖਿਆ। ਉਹ ਇੱਕ ਭਾਰਤੀ ਨਾਵਲਕਾਰ ਵੀ ਸੀ, ਨਿਬੰਧਕਾਰ ਵੀ ਸੀ, ਕਵੀ ਵੀ ਸੀ। ਠੀਕ ਹੈ। ਉਹਨਾਂ ਦਾ ਜਨਮ ਦੇਖੋ 31 ਅਗਸਤ 1919 ਨੂੰ ਹੋਇਆ। ਕਿੱਥੇ ਹੋਇਆ? ਗੁਜਰਾਂਵਾਲਾ ਵਿਖੇ। ਪਿਤਾ ਦਾ ਨਾਮ ਆ ਗਿਆਨੀ ਕਰਤਾਰ ਸਿੰਘ ਹਿਤਕਾਰੀ। ਦੇਹਾਂਤ ਜਿਹੜਾ ਵਾ 31 ਅਕਤੂਬਰ 2005 ਨੂੰ ਹੋਇਆ ਵਾ। ਠੀਕ ਹੈ। ਜਨਮ 1919 ਵਿੱਚ ਹੋਇਆ ਵਾ ਤੇ ਉਹਨਾਂ ਦਾ ਦੇਹਾਂਤ 2005 ਵਿੱਚ ਹੋਇਆ ਵਾ। ਬਚਪਨ ਤੇ ਜਵਾਨੀ ਜਿਹੜੇ ਉਹਨਾਂ ਨੇ ਲਾਹੌਰ ਵਿੱਚ ਗੁਜ਼ਾਰੇ ਆ। ਉੱਥੇ ਹੀ ਉਹਨਾਂ ਦਾ ਵਿਆਹ ਹੋ ਗਿਆ ਹੈ। ਠੀਕ ਹੈ। ਦੇਸ਼ ਦੀ ਵੰਡ ਮਗਰੋਂ ਦੇਹਰਾਦੂਨ ਚਲ ਗਏ ਨੇ, ਫਿਰ ਉਹ ਦਿੱਲੀ ਚਲ ਗਏ ਸੀ ਤੇ ਦਿੱਲੀ ਵਿੱਚ ਹੀ ਉਹ ਆਲ ਇੰਡੀਆ ਰੇਡੀਓ ਨਵੀਂ ਦਿੱਲੀ ਵਿੱਚ ਅਨਾਉਂਸਰ ਤੇ ਸਕ੍ਰਿਪਟ ਰਾਈਟਰ ਲੱਗ ਗਏ ਸੀ। ਕਿੱਥੇ ਲੱਗੇ ਸੀ? ਦਿੱਲੀ ਵਿੱਚ, ਨਵੀਂ ਦਿੱਲੀ ਵਿੱਚ। ਤੇ ਫਿਰ ਉਹ ਨੌਕਰੀ ਛੱਡ ਕੇ ਇੱਥੇ ਚਲ ਗਏ ਬੰਬਈ। ਪਹਿਲੇ ਬਚਪਨ ਦੇ ਜਵਾਨੀ ਲਾਹੌਰ ਵਿੱਚ ਗੁਜ਼ਰੇ ਉਹਨਾਂ ਦੀ, ਉੱਥੇ ਉਹਨਾਂ ਦਾ ਵਿਆਹ ਹੋ ਗਿਆ। ਫਿਰ ਜਦੋਂ ਦੇਸ਼ ਦੀ ਵੰਡ ਹੋਈ ਸੀ ਉਹ ਦੇਹਰਾਦੂਨ ਚਲੇ ਗਏ ਤੇ ਬਾਅਦ ਵਿੱਚ ਦਿੱਲੀ ਵਿੱਚ ਉਹਨਾਂ ਨੇ ਕਿਹੜਾ ਕੰਮ ਕੀਤਾ ਸੀ? ਆਲ ਇੰਡੀਆ ਰੇਡੀਓ ਨਵੀਂ ਦਿੱਲੀ ਵਿੱਚ ਅਨਾਉਂਸਰ ਤੇ ਸਕ੍ਰਿਪਟ ਰਾਈਟਰ ਲੱਗੇ ਸੀ। ਬਾਅਦ ਵਿੱਚ ਉਹ ਨੌਕਰੀ ਛੱਡ ਕੇ ਕਿੱਥੇ ਚਲ ਗਏ? ਬੰਬਈ। ਤੇ ਬੰਬਈ ਵਿੱਚ ਉਹਨਾਂ ਨੇ ਕੀ ਕੀਤਾ? ਉੱਥੇ ਉਹਨਾਂ ਨੇ ਨਾਗਮਨੀ, ਯਾਦ ਰੱਖਿਓ, ਨਾਗਮਨੀ ਨਾਂ ਦਾ ਇੱਕ ਸਾਹਿਤਕ ਮਾਸਿਕ ਪੱਤਰ ਚਾਲੂ ਕੀਤਾ ਸੀ ਤੇ ਪ੍ਰਕਾਸ਼ਨ ਕਿਹੜਾ ਸੀ? ਨਾਗਮਨੀ ਪ੍ਰਕਾਸ਼ਨ ਚਲਾਉਂਦੀ ਰਹੀ ਸੀ ਉਹ। ਕਿਹੜਾ, ਕੀ ਨਾਮ ਹੈ? ਨਾਗਮਨੀ ਸਾਹਿਤਕ ਮਾਸਿਕ ਪੱਤਰ ਸੀ ਇਹ। ਅੰਮ੍ਰਿਤਾ ਪ੍ਰੀਤਮ ਦਾ ਪਹਿਲਾ ਨਾਮ ਕੀ ਸੀ? ਅੰਮ੍ਰਿਤ ਕੌਰ। ਇਹ ਵੀ ਕੁਐਸਚਨ ਆ ਜਾਂਦਾ ਵਾ ਕਿ ਉਹਨਾਂ ਦਾ ਪਹਿਲਾ ਨਾਮ ਕੀ ਸੀ? ਅੰਮ੍ਰਿਤ ਕੌਰ। ਤੇ ਪਿਤਾ ਦੀ ਪ੍ਰੇਰਣਾ ਨਾਲ ਉਹ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਕਿਹਦੀ ਪ੍ਰੇਰਣਾ ਨਾਲ? ਪਿਤਾ, ਆਪਣੇ ਪਿਤਾ ਦੀ। ਪਿਤਾ ਦਾ ਨਾਮ ਕੀ ਸੀ? ਗਿਆਨੀ ਕਰਤਾਰ ਸਿੰਘ ਹਿਤਕਾਰੀ। ਹੁਣ ਉਹਨਾਂ ਦੀਆਂ ਰਚਨਾਵਾਂ, ਉਹਨਾਂ ਦੇ ਪਹਿਲੇ ਆਪਾਂ ਗੱਲ ਕਰਾਂਗੇ ਕਾਵ ਸੰਗ੍ਰਹਿ। ਕਿਹੜੀ ਲਿਖੀ ਉਹਨਾਂ ਨੇ? ਜਿਉਂਦਾ ਜੀਵਨ, ਤਰੇਲ ਧੋਤੇ ਫੁੱਲ, ਉਹ ਗੀਤਾਂ ਵਾਲਿਓ, ਸਾਂਝ ਦੀ ਲਾਲੀ, ਲੋਕ ਪੀੜ, ਪੱਥਰ ਗੀਟੇ, ਲੰਬੀਆਂ ਵਾਟਾਂ, ਸਰਗੀ ਵੇਲਾ, ਸੁਨੇਹੜੇ, ਅਸ਼ੋਕਾ ਚੇਤੀ, ਕਸਤੂਰੀ, ਨਾਗਮਨੀ, ਕਾਗਜ਼ ਤੇ ਕੈਨਵਸ। ਠੀਕ ਹੈ। ਇਹ ਇਹਨਾਂ ਦੇ ਕਾਵ ਸੰਗ੍ਰਹਿ ਸੀ। ਅੰਮ੍ਰਿਤਾ ਪ੍ਰੀਤਮ ਜਿਹੜੇ ਸੀ 20ਵੀਂ ਸਦੀ ਦੀ ਪ੍ਰਮੁੱਖ ਕਵਿੱਤਰੀ ਹੋਏ ਆ। 20ਵੀਂ ਸਦੀ ਦੀ। ਇਹਨਾਂ ਨੂੰ ਸਮੁੱਚੇ ਪੰਜਾਬ ਦੀ ਆਵਾਜ਼ ਕਿਹਾ ਗਿਆ ਵਾ। ਪੰਜਾਬ ਦੀ ਆਵਾਜ਼ ਆਏ। ਅੱਗੇ ਉਹਨਾਂ ਨੇ ਸਵੈ ਜੀਵਨੀ ਕਿਹੜੀ ਲਿਖੀ ਆ? ਰਸੀਦੀ ਟਿਕਟ, ਰੇਖਾ ਚਿੱਤਰ, ਕਿਰਮਚੀ ਲਕੀਰਾਂ, ਸਫ਼ਰਨਾਮਾ, ਕਿਤਾਬਾਂ ਮੁਲਾਕਾਤਾਂ, ਸੋਚਾਂ ਦੀਆਂ ਸੜਕਾਂ ਦਾ, ਆਸ਼ਿਕ ਭੋਰ ਫਕੀਰਾਂ ਅਤੇ ਨਾਗ ਕਾਲੇ। ਹੁਣ ਸੰਸਮਰਨ ਤੇ ਡਾਇਰੀ ਕਿਹੜੀ ਲਿਖੀ ਉਹਨਾਂ ਨੇ? ਕਾਲਾ ਗੁਲਾਬ, ਕਿਰਮਚੀ ਲਕੀਰਾਂ। ਹੁਣ ਉਹਨਾਂ ਦੇ ਨਾਵਲ ਦੀ ਗੱਲ ਕਰਾਂਗੇ। ਨਾਵਲ ਕਿਹੜੇ ਲਿਖੇ ਆ? ਪਿੰਜਰ, ਡਾਕਟਰ ਦੇਵ, ਇੱਕ ਸੀ ਅਨੀਤਾ, ਚੱਕ ਨੰਬਰ 36, ਰੰਗ ਦਾ ਪੱਤਾ, ਦਿੱਲੀ ਦੀਆਂ ਗਲੀਆਂ, ਆਲਣਾ, ਬੰਦ ਦਰਵਾਜ਼ਾ, ਜੇਬ ਕਤਰੇ, 13ਵਾਂ ਸੂਰਜ, ਅੱਗ ਦੀ ਲਕੀਰ। ਇਹ ਉਹਨਾਂ ਨੇ ਨਾਵਲ ਲਿਖੇ। ਹੋਰ ਵੀ ਬਹੁਤ ਸਾਰੇ ਨਾਵਲ ਆ, ਇਹ ਵਾਲੇ ਇਹਨਾਂ ਨੇ ਲਿਖੀ ਆ। ਜਿਹੜਾ ਪਿੰਜਰ ਨਾਵਲ, ਉਹਨਾਂ ਤੇ ਇੱਕ ਹਿੰਦੀ ਫਿਲਮ ਵੀ ਬਣ ਚੁੱਕੀ ਆ ਪਿੰਜਰ ਨਾਵਲ ਤੇ, ਯਾਦ ਰੱਖਿਓ ਪਿੰਜਰ। ਕਵਿਤਾਵਾਂ ਕਿਹੜੀਆਂ ਵਾ ਮਸ਼ਹੂਰ ਜਿਹੜੀਆਂ? ਅੰਨਦਾਤਾ, ਅੱਜ ਆਖਾਂ ਵਾਰੀ ਸ਼ਾਹ ਨੂੰ, ਕੰਨਿਆਦਾਨ, ਪੰਜਾਬ ਦੀ ਕਹਾਣੀ, ਮੈਂ ਗੀਤ ਲਿਖਦੀ ਹਾਂ। ਇਹ ਵਾਲੀਆਂ ਕਵਿਤਾਵਾਂ ਵਾ। ਹੋਰ ਵੀ ਆ ਬਹੁਤ ਸਾਰੀਆਂ ਕਵਿਤਾਵਾਂ ਜਿਹੜੀਆਂ ਉਹਨਾਂ ਨੇ ਲਿਖੀਆਂ। ਅੱਗੇ ਅੰਮ੍ਰਿਤਾ ਪ੍ਰੀਤਮ ਦੀ ਪਹਿਲੀ ਕਵਿਤਾ ਕਿਹੜੀ ਸੀ? ਅੰਮ੍ਰਿਤ ਲਹਿਰਾਂ, ਜਿਹੜੀ 1936 ਵਿੱਚ ਪ੍ਰਕਾਸ਼ਿਤ ਹੋਈ। ਉਦੋਂ ਕੀ ਸੀ? ਉਹਨਾਂ ਦੀ ਉਮਰ ਕਿੰਨੀ? 16 ਸਾਲਾਂ ਦੀ ਸੀ। ਮਤਲਬ ਕਿ 16 ਸਾਲਾਂ ਦੀ ਉਮਰ ਵਿੱਚ ਉਹਨਾਂ ਨੇ ਰਚਨਾ ਸ਼ੁਰੂ ਕਰ ਦਿੱਤੀ ਸੀ ਆਪਣੀ। ਕਿਹੜੀ ਲਿਖੀ ਸੀ? ਅੰਮ੍ਰਿਤ ਲਹਿਰਾਂ। ਹੁਣ ਆਪਾਂ ਉਹਨਾਂ ਦੇ ਪੁਰਸਕਾਰ ਦੀ ਗੱਲ ਕਰਾਂਗੇ। ਉਹਨਾਂ ਨੂੰ ਕਿਹੜੇ ਅਵਾਰਡ ਮਿਲੇ ਆ? ਪੰਜਾਬ ਰਤਨ ਅਵਾਰਡ। ਇਹ ਜਿਹੜਾ ਅਵਾਰਡ ਆ ਪੰਜਾਬ ਸਰਕਾਰ ਦੁਆਰਾ ਦਿੱਤਾ ਜਾਂਦਾ ਵਾ। ਕਿਸ ਲਈ ਦਿੱਤਾ ਜਾਂਦਾ ਵਾ? ਕਲਾ, ਵਿਗਿਆਨ, ਸਾਹਿਤ, ਸੱਭਿਆਚਾਰ ਦੇ ਖੇਤਰ ਵਿੱਚ ਜਿਹੜਾ ਬੰਦਾ ਮਹਾਨ ਪ੍ਰਾਪਤੀ ਕਰੇ ਉਹਨੂੰ ਦਿੱਤਾ ਜਾਂਦਾ ਵਾ ਪੰਜਾਬ ਰਤਨ ਅਵਾਰਡ। ਇਹ ਵਾਲਾ ਅੰਮ੍ਰਿਤਾ ਪ੍ਰੀਤਮ ਜੀ ਨੂੰ ਮਿਲ ਚੁੱਕਿਆ ਵਾ। ਅਗਲਾ ਸਾਹਿਤ ਅਕਾਦਮੀ ਪੁਰਸਕਾਰ। ਇਹ 1956 ਵਿੱਚ ਮਿਲਿਆ ਸੀ। ਉਹਨਾਂ ਦੀ ਇੱਕ ਕਾਵ ਸੰਗ੍ਰਹਿ ਸੁਨੇਹੜੇ ਤੇ ਦਿੱਤਾ ਗਿਆ ਸੀ। ਅਗਲਾ ਭਾਰਤੀ ਗਿਆਨਪੀਠ ਪੁਰਸਕਾਰ। ਇਹ 1982 ਵਿੱਚ ਦਿੱਤਾ ਵਾ, ਕਾਗਜ਼ ਤੇ ਕਨਵੈਂਸ ਉਹਨਾਂ ਦੀ ਰਚਨਾ ਤੇ। ਉਹਨਾਂ ਨੂੰ ਸ਼ਤਾਬਦੀ ਸਨਮਾਨ ਵੀ ਮਿਲਿਆ ਵਾ, ਜਿਹੜਾ 2000 ਵਿੱਚ ਮਿਲਿਆ ਵਾ। ਪਦਮ ਸ਼੍ਰੀ 1969 ਵਿੱਚ ਮਿਲਿਆ ਵਾ। ਇਹ ਕਾਹਦੇ ਲਈ ਮਿਲਿਆ ਵਾ? ਕਲਾ ਤੇ ਸਾਹਿਤ ਦੇ ਖੇਤਰ ਵਿੱਚ ਪ੍ਰਾਪਤੀ ਲਈ ਮਿਲਿਆ ਉਹਨਾਂ ਨੂੰ। ਪਦਮ ਵਿਭੂਸ਼ਣ ਜਿਹੜਾ ਵਾ 2004 ਵਿੱਚ ਮਿਲਿਆ ਵਾ।
ਇਹ ਜਿਹੜੇ ਅਮ੍ਰਿਤਾ ਪ੍ਰੀਤਮ ਦੇ ਅਵਾਰਡ ਆ ਜਿਹੜੇ ਉਹਨਾਂ ਨੂੰ ਪੰਜਾਬ ਸਰਕਾਰ ਦੁਆਰਾ ਜਾਂ ਹੋਰ ਦੂਸਰਿਆਂ ਦੁਆਰਾ ਦਿੱਤੇ ਗਏ ਨੇ। ਤੇ ਅਮ੍ਰਿਤਾ ਪ੍ਰੀਤਮ ਦੀ ਜਿਹੜੀ ਰਚਨਾ ਵਾ ਉਹਦੀ ਪ੍ਰਮੁੱਖ ਸੁਰ ਜਿਹੜੀ ਆ ਰੋਮਾਂਸਵਾਦੀ ਤੇ ਪ੍ਰਗਤੀਵਾਦੀ ਆ। ਥੈਂਕਸ ਫਰੈਂਡ।